ਜੇ ਰਾਹੁਲ ਗਾਂਧੀ ਦੀ ਦਾਦੀ ਰਾਹੁਲ ਗਾਂਧੀ ਦਾ ਪਾਪਾ ਇੱਥੇ ਦਿੱਲੀ 'ਚ ਕਤਲੇਆਮ ਕਰਾ ਸਕਦੇ ਆ, ਜੈਨੋਸਾਈਡ ਕਰਾ ਸਕਦੇ ਆ, ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਾ ਸਕਦੇ ਆ, ਸੋ ਉਹਨਾਂ ਦੇ ਕਾਰਕੁਨ ਕੁਝ ਵੀ ਕਰ ਸਕਦੇ ਆ। ਮਗਰ ਬੜੀ ਅਫਸੋਸ ਦੀ ਗੱਲ ਹੈ, ਆ ਜਾਣੇ ਜਿਹੜਾ ਆ ਜਾਣਾ ਤੁਹਾਡੇ ਸਾਹਮਣੇ ਲੈ ਆਉਣਾ, ਤੁਹਾਡੇ ਤੋਂ ਲੁਕੋ ਕੇ ਕਿਸੇ ਨੂੰ ਨਹੀਂ ਰੱਖਣਾ। ਇਹ ਹਾਲਾਤ ਇਹ ਵੀ ਬਣ ਸਕਦੇ ਆ ਕਿ ਬੀਬੀ ਸਿੱਧੂ ਵੀ ਅਖੀਰਲੇ ਦਿਨ ਸ਼ਾਮਿਲ ਹੋ ਸਕਦੀ ਹੈ। ਮਤਲਬ ਕੁਝ ਬਾਹਰ ਚੱਕਲੋ ਹੋਈ ਖੜੀ ਆ, ਕੰਮ ਹੀ ਕੰਮ ਵੇਲਾ ਕਰ ਦੇਣਾ। ਫਿਰ ਇੱਥੋਂ ਭਾਵੇਂ ਹੁਣ ਦਿੱਲੀ ਤਾਂ ਦੂਰ ਪੈ ਜਾਣੀ ਆ, ਇਮਰਾਨ ਖਾਨ ਭਾਈ ਸਾਹਿਬ ਕੋਲ, ਜਨਰਲ ਬਾਜਵਾ ਜੀ ਕੋਈ ਨਾ ਇਹ ਜਿਹਾ ਕੋਲ ਤਾਂ ਰਾਹ ਲੱਭ ਜਾਣਾ ਬਾਰਡਰ ਟੱਪਣ ਦਾ, ਕੋਈ ਲੱਭ ਜਾਂਦਾ। ਜਿਵੇਂ ਡਰੋਨ ਆ ਸਕਦਾ ਤੇ ਇਹ ਨਹੀਂ ਟੱਪ ਸਕਦੇ, ਇਹਦੇ ਡਰੋਨ ਤੋਂ ਵੀ ਗਾਂ ਦੀ ਟੈਕਨੋਲੋਜੀ। ਵੇਖ ਲਓ ਕਾਂਗਰਸ ਦੀ ਵੈਸੇ ਸੋਚ, 2 ਸੀਟਾਂ ਵਾਲਾ ਜਿਹਨੂੰ 2 ਵੋਟਾਂ ਪਈਆਂ 2 ਸੀਟਾਂ ਤੋਂ ਲੜ ਰਿਹਾ, ਜਿਹਨੂੰ 42 ਵੋਟਾਂ ਪਈਆਂ ਉਹਨੂੰ 1 ਸੀਟ ਨਹੀਂ ਲੱਭੀ, ਤੇ ਜਿਨ੍ਹਾਂ ਨੂੰ 16 ਵੋਟਾਂ ਪਈਆਂ ਉਹਨਾਂ ਨੂੰ ਪਾਰਟੀ ਚੋਂ ਕੱਢਤਾ, ਤੇ ਜਿਹਨੂੰ 6 ਪਈਆਂ ਉਹ ਭੱਜਣ ਨੂੰ ਫਿਰਦਾ ਇਮਰਾਨ ਖਾਨ ਕੋਲ। ਮੁਸਤਫਾ ਸਾਹਿਬ ਦਾ ਨਾ ਜਦੋਂ ਦੇ ਰਿਟਾਇਰ ਹੋਏ ਆ, ਕਿਉਂਕਿ ਡੀਜੀਪੀ ਨਹੀਂ ਬਣ ਸਕੇ, ਔਰ ਗਾਂਧੀ ਪਰਿਵਾਰ ਜੋ ਕੁਝ ਕਰਦਾ ਆਇਆ, ਔਰ ਇਹ ਜੀ ਚੀਜ਼ ਜੋ ਸਾਡੀ ਰੋਜ਼ਮਰਰਾ ਦੀ ਅਰਦਾਸ 'ਚ ਹੋਵੇ ਉਹਨੂੰ ਅੱਜ ਇਲੈਕਸ਼ਨ ਦੇ ਸਲੋਗਨ 'ਚ ਵਰਤ ਕੇ ਆਪਣੇ ਸਿਆਸੀ ਮਫਾਦਾਂ ਲਈ ਇਲੈਕਸ਼ਨ ਕਮਿਸ਼ਨ ਸ਼ੁੱਡ ਟੇਕ ਸੀਰੀਅਸ ਐਕਸ਼ਨ। ਮੇਰਾ ਜਿਹੜਾ ਰਿਸ਼ਤੇਦਾਰ ਆ ਉਹਨਾਂ ਦਾ ਚਹੇਤਾ ਹਰਪ੍ਰੀਤ ਸਿੱਧੂ ਸ਼ੇਰੂ STF ਦਾ ਹੈਡ ਰਿਹਾ, ਤੇ 4.5 ਸਾਲ ਤੁਹਾਡੀ 5 ਸਾਲ ਸਰਕਾਰ ਰਹੀ ਹੈ, ਤੁਹਾਡੇ ਤੋਂ ਨਸ਼ਾ ਕਿਉਂ ਨਹੀਂ ਕੰਟਰੋਲ ਹੋਇਆ? ਚੰਨੀ ਸਾਹਿਬ ਦੇ ਨਾਲ ਕਿਹੜਾ ਸਵਾਗਤ ਹੋਇਆ, ਭਦੌੜ ਵੇਖ ਹੀ ਲਿਆ। ਚਮਕੌਰ ਸਾਹਿਬ ਤੋਂ ਤਾਂ ਭੱਜੇ ਆ ਕਿ ਉੱਥੋਂ ਹਰ ਜਾਣਾ, ਜਿੱਥੇ ਗਏ ਆ ਉੱਥੇ ਵੀ ਕੋਈ ਮੂੰਹ ਲਾ ਕੇ ਰਾਜੀ ਨਹੀਂ, ਇਸ ਲਈ ਤਾਂ ਇਲਾਜ ਚੱਲ ਰਿਹਾ। ਮਗਰ ਜੋ KP ਸਾਹਿਬ ਦਾ ਅਪਮਾਨ ਕੀਤਾ, ਇਟ ਸ਼ੋਜ਼ ਕਾਂਗਰਸ ਦੀ ਅਸਲੀ ਮਾਨਸਿਕਤਾ ਦਲਿਤ ਭਾਈਚਾਰੇ ਪ੍ਰਤੀ, ਸ਼ਡਿਊਲ ਕਾਸਟ ਭਾਈਚਾਰੇ ਪ੍ਰਤੀ, ਕਿਉਂਕਿ ਉਹਨਾਂ ਨੂੰ ਇਸ ਤਰੀਕੇ ਦਾ ਅਪਮਾਨਿਤ ਨਹੀਂ ਕਰਿਆ ਜਾਂਦਾ। ਦੇਖੋ ਸਿੱਧੂ ਸਾਹਿਬ ਨੂੰ ਰਿਸਪੌਂਸ ਹੀ ਨਹੀਂ ਕੋਈ ਮਿਲ ਰਿਹਾ। ਅੱਜ ਸਿੱਧੂ ਸਾਹਿਬ ਨੂੰ 18 ਸਾਲ ਦਾ ਜੋ ਉਹਨਾਂ ਦੀ ਮਾੜੀ ਕਾਰਗੁਜ਼ਾਰੀ ਹੈ, ਲੋਕਾਂ ਨੂੰ ਮਿਲਣਾ ਨਹੀਂ, ਲੋਕਾਂ ਨਾਲ ਮਾੜੇ ਤਰੀਕੇ ਨਾਲ ਪੇਸ਼ ਆਉਣਾ। ਦੇਖੋ ਸਿੱਧੂ ਸਾਹਿਬ ਨੂੰ ਰਿਸਪੌਂਸ ਹੀ ਨਹੀਂ ਕੋਈ ਮਿਲ ਰਿਹਾ। ਅੱਜ ਸਿੱਧੂ ਸਾਹਿਬ ਨੂੰ 18 ਸਾਲ ਦਾ ਜੋ ਉਹਨਾਂ ਦੀ ਮਾੜੀ ਕਾਰਗੁਜ਼ਾਰੀ ਹੈ, ਲੋਕਾਂ ਨੂੰ ਮਿਲਣਾ ਨਹੀਂ, ਲੋਕਾਂ ਨਾਲ ਮਾੜੇ ਤਰੀਕੇ ਨਾਲ ਪੇਸ਼ ਆਉਣਾ, ਤੁਹਾਡੇ ਮੀਡੀਆ ਦੇ ਕਰਮਚਾਰੀਆਂ ਨਾਲ, ਭਰਾਵਾਂ ਨਾਲ ਤੂੰ ਕਰਕੇ ਬੋਲਣਾ। ਅੱਜ ਵੈਸੇ ਕੱਲ ਦੀ ਥੋੜੀ ਦਰੁਸਤੀ ਆਈ ਹੈ, ਭਾਜੀ ਕਰਨ ਲੱਗ ਪਏ ਆ, ਤੁਸੀਂ ਖੜ ਜਾਓ ਥੋੜੇ ਦਿਨ, ਐਨ ਵਧੀਆ ਤਰੀਕੇ ਨਾਲ ਲੋਕਾਂ ਨੇ ਦਿਮਾਗ ਦਰੁਸਤ ਕਰ ਦੇਣਾ। ਔਰ ਅੱਜ ਦੇ ਪ੍ਰੋਗਰਾਮਾਂ ਦੀ ਕੈਂਸਲੇਸ਼ਨ ਇਸ ਲਈ ਕੀਤੀ ਗਈ ਕਿਉਂਕਿ ਪਬਲਿਕ ਰਿਸਪੌਂਸ 0 ਹੋ ਗਿਆ। ਉਹਨਾਂ ਨਾਲ ਵੱਧ ਤੋਂ ਵੱਧ ਹੁਣ ਤਾਂ ਉਹਨਾਂ ਦੀ ਪਾਰਟੀ ਦੇ ਲੋਕ ਵੀ ਉਹਨਾਂ ਦੇ ਖਿਲਾਫ ਹੋ ਗਏ। ਕਹਿੰਦੇ ਮੈਂ ਤੇ ਮਾਤਾ ਦੇ ਭਵਨ ਤੇ ਚੱਲਿਆ, ਜਿਹੜਾ ਹੈ ਉੱਥੋਂ ਜਾ ਕੇ ਸ਼ਕਤੀ ਲੈ ਚੱਲਿਆ। ਚੰਗੀ ਗੱਲ ਹੈ ਜੀ, ਸਾਰੇ ਜਾਂਦੇ ਆ, ਮਗਰ ਜੇ ਕੋਈ ਭਗਤੀ ਕਰੂ ਉਹਨੂੰ ਸ਼ਕਤੀ ਮਿਲੂ, ਜੇ ਕੋਈ ਹੰਕਾਰ ਕਰੂ ਤੇ ਮਾਤਾ ਜੀ ਦੀ ਸ਼ਕਤੀ ਉਹਨੂੰ ਨਹੀਂ ਮਿਲ ਸਕਦੀ। ਸਿੱਖਾਂ ਦੀ ਕਿਤਾਬ ਕਿਹਾ ਹਾਂਜੀ, ਮੁਹੰਮਦ ਮੁਸਤਫਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੀ ਕਿਤਾਬ ਕਿਹਾ। ਮੁਸਤਫਾ ਸਾਹਿਬ ਦਾ ਨਾ ਜਦੋਂ ਦੇ ਰਿਟਾਇਰ ਹੋਏ ਆ, ਕਿਉਂਕਿ ਡੀਜੀਪੀ ਨਹੀਂ ਬਣ ਸਕੇ, ਜੋ ਉਹਨਾਂ ਨੇ ਪਹਿਲਾਂ ਹਿੰਦੂ ਧਰਮ ਦੇ ਖਿਲਾਫ ਜੋ ਉਹਨਾਂ ਨੇ ਜੋ ਸ਼ਬਦਾਵਲੀ ਵਰਤੀ, ਔਰ ਜੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਰੇ ਅਪਮਾਨਿਤ ਟਿੱਪਣੀ ਕੀਤੀ ਹੈ, ਕਾਂਗਰਸ ਪਾਰਟੀ ਦੀ ਇਹ ਮਾਨਸਿਕਤਾ, ਇਹ ਸੋਚ ਹੈ। ਜੇ ਰਾਹੁਲ ਗਾਂਧੀ ਦੀ ਦਾਦੀ ਰਾਹੁਲ ਗਾਂਧੀ ਦਾ ਪਾਪਾ ਇੱਥੇ ਦਿੱਲੀ 'ਚ ਕਤਲੇਆਮ ਕਰਾ ਸਕਦੇ ਆ, ਜੈਨੋਸਾਈਡ ਕਰਾ ਸਕਦੇ ਆ, ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਾ ਸਕਦੇ ਆ, ਸੋ ਉਹਨਾਂ ਦੇ ਕਾਰਕੁਨ ਕੁਝ ਵੀ ਕਰ ਸਕਦੇ ਆ। ਮਗਰ ਬੜੀ ਅਫਸੋਸ ਦੀ ਗੱਲ ਹੈ, ਹੀ ਸ਼ੁੱਡ ਅਪੋਲੋਜਾਈਜ਼ ਐਂਡ ਉਹ ਆਪ ਦਾ ਥੋੜਾ ਸੰਯਮ 'ਚ ਰਹਿਣ। ਮੇਰੀ ਤਾਂ ਉਹਨਾਂ ਨੂੰ ਕਾਂਗਰਸ ਦੇ ਲੀਡਰ ਹੀ ਇਸ ਤਰ੍ਹਾਂ ਦੇ ਬਿਆਨ ਕਿਉਂ ਦਿੰਦੇ ਆ? ਬਕਲਾਹਟ ਹੋ ਗਈ ਆ। ਇੱਕ ਹੋਰ ਐਡ ਆਨ ਕਰਦਾ, ਕਾਂਗਰਸ ਦੇ ਫੋਨ ਲੱਗੇ ਨੇ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਦੀ ਚੜ੍ਹਦੀ ਕਲਾ ਤੇ ਕਾਂਗਰਸ ਦੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਆ, ਉਸ ਦੀ ਵੀ ਨਿਖੇਧੀ ਹੋ ਰਹੀ ਹੈ। ਉਹਦੀ ਸਿੰਘ ਧਾਮੀ ਉਹਨਾਂ ਨੇ ਵੀ ਨਿਖੇਧੀ ਕੀਤੀ ਹੈ। ਦੇਖੋ ਪਹਿਲੀ ਗੱਲ, ਉਹਦੀ ਨਿਖੇਧੀ ਜੋ ਲੋਕਾਂ ਨੇ ਤਾਂ ਕੀਤੀ, ਜਾਖੜ ਸਾਹਿਬ ਨੇ ਪਰਦਾਫਾਸ਼ ਕਰਤਾ ਕਿ ਹੀ ਵਾਸ ਪੀਨਲਾਈਜ਼ਡ। ਉਹਨਾਂ ਨੂੰ ਸਿਰਫ ਇਸ ਲਈ ਅਪਮਾਨਿਤ ਤੇ ਦੰਡਿਤ ਕੀਤਾ ਗਿਆ ਕਿਉਂਕਿ ਉਹ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦੇ ਸੀ, ਸਭ ਤੋਂ ਵੱਧ ਵੋਟਾਂ ਸੀ। ਤਾਂ ਸਰਬੱਤ ਦਾ ਭਲਾ ਕਿੱਥੇ? ਮੁਸਤਫਾ ਸਾਹਿਬ ਕੀ ਟਿੱਪਣੀ ਕਰਦੇ ਆ
ਹਿੰਦੂ ਭਾਈਚਾਰੇ ਦੇ ਖਿਲਾਫ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਤੇ ਫਿਰ ਕੀ ਸਰਬੱਤ ਦਾ ਭਲਾ। ਔਰ ਗਾਂਧੀ ਪਰਿਵਾਰ ਜੋ ਕੁਝ ਕਰਦਾ ਆਇਆ ਔਰ ਇਹ ਜੀ ਚੀਜ਼ ਜੋ ਸਾਡੀ ਰੋਜ਼ਮਰਰਾ ਦੀ ਅਰਦਾਸ 'ਚ ਹੋਵੇ ਉਹਨੂੰ ਅੱਜ ਇਲੈਕਸ਼ਨ ਦੇ ਸਲੋਗਨ 'ਚ ਵਰਤ ਕੇ ਆਪਣੇ ਸਿਆਸੀ ਮਫਾਦਾਂ ਲਈ ਇਲੈਕਸ਼ਨ ਕਮਿਸ਼ਨ ਸ਼ੁੱਡ ਟੇਕ ਸੀਰੀਅਸ ਐਕਸ਼ਨ ਔਰ ਇਹਨਾਂ ਨੂੰ ਇਸ ਗੱਲ ਦੇ ਖਿਲਾਫ ਕਾਰਵਾਈ ਹੋਵੇ। ਬੀਬਾ ਗਰੀਬ ਕੌਰ ਜੀ ਨੇ ਆਪਣੀ ਚੋਣ ਪ੍ਰਚਾਰ ਸ਼ੁਰੂ ਕੀਤਾ ਹੈ। ਹਾਂਜੀ, ਬੀਬਾ ਗਰੀਬ ਕੌਰ ਜੀ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਹੈ, ਬੜਾ ਵਧੀਆ ਹੁੰਗਾਰਾ ਮਿਲਿਆ, ਉਹਨਾਂ ਨੇ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ। ਕੀ ਲੱਗਦਾ ਮਿਸਟਰ ਮਜੀਠੀਆ 'ਚ ਲੀਡ ਦੀ ਰੇਸ ਰਹੂਗੀ? ਇੰਨੀ ਗੱਲ ਕੌਣ ਵੱਡੇ ਫਰਕ ਨਾਲ ਜਿੱਤਿਆ? ਇੰਨੀ ਗੱਲ ਐਡ ਆਨ ਇੱਕ ਹੋਰ ਕਰਦਾ, ਉਹ ਕਹਿੰਦੇ ਜੀ ਮੇਰੇ ਛੋਟਾ ਬੇਟਾ ਮੇਰੇ ਤੋਂ ਨਾਰਾਜ਼ ਹੋ ਗਿਆ ਕਿ ਤੁਸੀਂ ਮੈਨੂੰ ਟਾਈਮ ਨਹੀਂ ਦੇਣਾ। ਅੱਜ ਕਾਫੀ ਗੱਲਾਂ ਕੀਤੀਆਂ ਉਹਨਾਂ ਨੇ ਪਰਿਵਾਰ ਦੀਆਂ। ਬੜਾ ਜੀ। ਪਹਿਲਾਂ ਤਾਂ ਇਹ ਵਿਸ਼ਰ ਵੈਲ ਜੀ, ਤੁਹਾਡੀ ਸਭ ਦੀਆਂ ਦੁਆਵਾਂ ਦੀ ਵੀ ਲੋੜ ਹੈ। ਗੁਰੂ ਕਿਰਪਾ ਕਰੇ ਉਹ ਵੀ ਜਿੱਤ ਕੇ ਵਿਧਾਨ ਸਭਾ ਪਹੁੰਚਣ ਤੇ ਤੁਹਾਡੀ ਕਿਰਪਾ ਸਦਕਾ ਇਹਨਾਂ ਲੋਕ ਪਿਆਰ ਭਰਾਵਾਂ ਭੈਣਾਂ ਦੀ ਅਰਦਾਸਾਂ ਸਦਕਾ ਦਾਸ ਵੀ ਜਿੱਤ ਕੇ ਪਹੁੰਚੇ, ਹੰਕਾਰ ਦਾ ਵੀ ਜਵਾਬ ਹੋਵੇ ਤੇ ਫਿਰ ਨਿਆਣੇ ਨੂੰ ਮਨਾਵਾਂਗੇ ਚੱਲ ਕੇ। ਜਿਹੜਾ ਵਾਕਿਆ ਇਸ ਗੱਲ ਤੋਂ ਸਾਡੇ ਘਰ 'ਚ ਹੀ ਰੁੱਸ ਗਿਆ, ਉਹ ਕਹਿੰਦਾ ਨਹੀਂ ਤੁਸੀਂ ਇਲੈਕਸ਼ਨ ਨਹੀਂ ਲੜਨੀ, ਉਹ ਤਾਂ ਸ਼ਾਇਦ ਗੱਲ ਕਰਨ ਤੋਂ ਹੀ ਹਟ ਗਿਆ। ਚਲੋ ਇਹਦਾ ਫੈਸਲਾ ਤਾਂ ਜੀ ਲੋਕ ਕਰਦੇ ਆ, ਮੈਂ ਨਹੀਂ ਨਾ ਇਹ ਗੱਲਾਂ ਕਰ ਸਕਦਾ, ਮਗਰ ਚਲੋ ਉਹ ਵੱਧ ਲੀਡ ਨਾਲ ਜਿੱਤਣ। ਜਿੱਤ ਹੁੰਦੀ ਆ, ਇਹ ਮੈਨੂੰ ਲੱਗਦਾ ਮੈਨੂੰ ਸ਼ਾਇਦ ਇਹ ਵਧਾ ਦੇਣ। ਮਜੀਠੇ ਵਾਲਿਆਂ ਨੂੰ ਵੀ ਕਿਹਾ ਭਾਈ ਇੱਜ਼ਤ ਧਿਆਨ ਰੱਖਿਓ ਮੇਰਾ। ਹੁਣ ਦੇਖੋ ਕੀ ਕਰਦੇ ਲੋਕ, ਕਰਦੇ ਜੀ ਫੈਸਲਾ ਲੋਕਾਂ ਦਾ। ਨਸ਼ੇ ਨੂੰ ਲੈ ਕੇ ਘੇਰਦੇ ਨੇ, ਹੋਰ ਵਿਕਾਸ ਦੇ ਕੰਮ ਨੂੰ ਲੈ ਕੇ ਘੇਰਦੇ ਨੇ, ਤੇ ਹੁਣ ਤੁਸੀਂ ਕੀ ਵੇਖਿਆ ਉਹਨਾਂ ਦੇ ਹਲਕੇ ਦੇ ਵਿੱਚ ਕੀ ਵਿਕਾਸ ਹੋਇਆ? ਦੇਖੋ ਲੋਕਾਂ ਨੇ ਜੇ ਸਿੱਧੂ ਦਾ ਪੰਜਾਬ ਦਾ ਮਾਡਲ ਵੇਖਣਾ ਨਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਮ੍ਰਿਤਸਰ ਈਸਟ ਹਲਕੇ ਤੇ ਆਉਣ ਔਰ ਸਿੱਧੂ ਜੋੜੀ ਦਾ 18 ਸਾਲ ਦਾ ਵਿਨਾਸ਼ ਦਾ ਮਾਡਲ ਵੇਖ ਕੇ ਜਾਣ। ਵੱਲੇ ਮੰਡੀ ਦਾ ਬੁਰਾ ਹਾਲ, ਇੱਕ ਆਰਓਬੀ ਬ੍ਰਿਜ ਨਹੀਂ ਬਣਾ ਸਕੇ, ਸਪੋਰਟਸ ਕੰਪਲੈਕਸ ਨਹੀਂ ਬਣਾ ਸਕੇ, ਬਿਜਲੀ ਪਾਣੀ ਸੜਕ ਸੀਵਰੇਜ ਤਾਰਾਂ ਦੀਆਂ ਲਾਈਨਾਂ ਦਾ ਬੁਰਾ ਹਾਲ, ਲੋਕਾਂ ਦਾ ਸੀਵਰੇਜ ਦੇ ਮਾੜੇ ਪ੍ਰਬੰਧ, ਸਫਾਈ ਦੇ ਮਾੜੇ ਪ੍ਰਬੰਧ, ਹਰ ਪੱਖ ਤੋਂ ਸਕੂਲਾਂ ਦੇ ਮਾੜੇ ਹਾਲਾਤ, ਹਸਪਤਾਲਾਂ ਦੇ ਮਾੜੇ ਹਾਲਾਤ, ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਇੱਕ ਆਪ ਦੇ ਆਪ 'ਚ ਇੱਕ ਬਹੁਤ ਵੱਡਾ ਕੇਂਦਰ ਹੈ ਔਰ ਐਡਾ ਵੱਡਾ ਇਤਿਹਾਸਿਕ ਸ਼ਹਿਰ ਹੈ ਔਰ ਉਹਦੇ 'ਚ ਵੀ ਬੇਸਿਕ ਸਹੂਲਤਾਂ ਸਿੱਧੂ ਸਾਹਿਬ ਨਾ ਐਮਪੀ ਦੇ ਰੂਪ 'ਚ, ਨਾ ਵਜ਼ੀਰ ਦੇ ਰੂਪ 'ਚ, ਨਾ ਸੀਪੀਐਸ ਦੇ ਰੂਪ 'ਚ, ਸਾਰੀਆਂ ਸਰਕਾਰਾਂ ਹੰਡਾਉਣ ਤੋਂ ਬਾਅਦ ਵੀ ਨਹੀਂ ਲਿਆ ਸਕੇ। ਇਹ ਇਹਨਾਂ ਦਾ ਅਸਲੀ ਮਾਡਲ ਹੈ। ਸਿਵਾਏ ਝੂਠ ਬੋਲਣਾ, ਚੀਟ ਕਰਨਾ, ਹੋਰ ਕੋਈ ਨਹੀਂ। 4.5 ਸਾਲ ਮੇਰਾ ਜਿਹੜਾ ਰਿਸ਼ਤੇਦਾਰ ਹੈ ਉਹਨਾਂ ਦਾ ਚਹੇਤਾ ਹਰਪ੍ਰੀਤ ਸਿੱਧੂ ਸ਼ੇਰੂ STF ਦਾ ਹੈੱਡ ਰਿਹਾ ਤੇ 4.5 ਸਾਲ ਤੁਹਾਡੀ 5 ਸਾਲ ਸਰਕਾਰ ਰਹੀ ਹੈ, ਤੁਹਾਡੇ ਤੋਂ ਨਸ਼ਾ ਕਿਉਂ ਨਹੀਂ ਕੰਟਰੋਲ ਹੋਇਆ? ਥਾਣੇਦਾਰ ਤੁਸੀਂ ਲਵਾ ਰਹੇ ਹੋ, ਕਮਿਸ਼ਨਰ ਪੁਲਿਸ ਤੁਸੀਂ ਲਵਾ ਰਹੇ ਹੋ, ਡਿਪਟੀ ਤੁਸੀਂ ਲਵਾ ਰਹੇ ਹੋ, ਕਿਥੇ ਨਾ ਕਿਥੇ ਤੁਸੀਂ ਉਹਨਾਂ ਨਾਲ ਰਲੇ ਹੋ ਕਾਂਗਰਸੀਓ, ਤਾਂ ਨਹੀਂ ਹੋ ਰਿਹਾ। ਸੋਚ ਮਾੜੀ ਹੈ। ਮਹਿੰਦਰ ਸਿੰਘ ਕੇਵੀ ਨੂੰ ਕੱਲ ਬੜੇ ਨਾਟਕੀ ਢੰਗ ਦੇ ਨਾਲ ਹਾਂਜੀ। ਮਹਿੰਦਰ ਸਿੰਘ ਕੇਵੀ ਨੂੰ ਬੜੇ ਨਾਟਕੀ ਢੰਗ ਦੇ ਨਾਲ ਨੋਮੀਨੇਸ਼ਨ ਫਾਈਲ ਕਰਨ ਤੋਂ ਰੋਕਿਆ ਗਿਆ ਕਾਂਗਰਸ ਵੱਲੋਂ। ਓਏ ਇਹਨਾਂ ਦਾ ਹੀ ਹੁਣ ਦੇਣੀ ਮਾੜੇ ਆਏ ਆ, ਬਸ ਤੁਸੀਂ ਹਰ ਥਾਂ ਹੀ ਵੇਖ ਰਹੇ ਹੋ। ਚੰਨੀ ਸਾਹਿਬ ਦੇ ਨਾਲ ਕਿਹੜਾ ਸਵਾਗਤ ਹੋਇਆ, ਭਦੌੜ ਵੇਖ ਹੀ ਲਿਆ। ਚਮਕੌਰ ਸਾਹਿਬ ਤੋਂ ਤਾਂ ਭੱਜੇ ਆ ਕਿ ਉੱਥੋਂ ਹਰ ਜਾਣਾ, ਜਿੱਥੇ ਗਏ ਆ ਉੱਥੇ ਵੀ ਕੋਈ ਮੂੰਹ ਲਾ ਕੇ ਰਾਜੀ ਨਹੀਂ, ਇਸ ਲਈ ਤਾਂ ਇਲਾਜ ਚੱਲ ਰਿਹਾ। ਮਗਰ ਜੋ KP ਸਾਹਿਬ ਦਾ ਅਪਮਾਨ ਕੀਤਾ, ਇਟ ਸ਼ੋਜ਼ ਕਾਂਗਰਸ ਦੀ ਅਸਲੀ ਮਾਨਸਿਕਤਾ ਦਲਿਤ ਭਾਈਚਾਰੇ ਪ੍ਰਤੀ, ਸ਼ਡਿਊਲ ਕਾਸਟ ਭਾਈਚਾਰੇ ਪ੍ਰਤੀ, ਕਿਉਂਕਿ ਉਹਨਾਂ ਨੂੰ ਇਸ ਤਰੀਕੇ ਦਾ ਅਪਮਾਨਿਤ ਨਹੀਂ ਕਰਿਆ ਜਾਵੇ। ਟੈਲੀਫੋਨ ਕਰਕੇ ਕਾਂਗਰਸ ਰਾਏ ਮੰਗ ਰਹੀ ਆ ਕਿ ਸੀਐਮ ਕਿਹਨੂੰ ਬਣਾਇਆ ਜਾਵੇ। ਮੇਰੇ ਤੋਂ ਪੁੱਛ ਲਓ, ਉਹਨਾਂ ਦਾ ਫੈਸਲਾ ਹੋ ਹੀ ਗਿਆ। ਹਾਂ, ਜਿਹਨੂੰ 2 ਵੋਟਾਂ ਪਈਆਂ ਉਹਨੂੰ ਬਣਾਉਣਾ। ਜਿਹੜਾ ਲੜ ਰਿਹਾ ਤੁਹਾਡੇ ਖਿਲਾਫ ਹੈ ਜਿਹੜਾ ਲੜ ਰਿਹਾ ਉਹਦਾ ਤਾਂ ਹੁਣ ਆਪਾਂ ਅੰਜੂ ਪਹੁੰਚਾਂਗੇ, ਧਿਆਨ ਕਰਾਂਗੇ, ਉਹਦਾ ਪਿਆਰ ਦਵਾਂਗੇ, ਆ ਮੋਢੇ ਤੇ ਸਿਰ ਰੱਖਣ ਦਾ ਮੌਕਾ ਦਵਾਂਗੇ, ਕੋਈ ਨਾ ਪਲੋਸਾਂਗੇ, ਮਨਾਵਾਂਗੇ ਭਾਈ ਸਿੱਧੂ ਸਾਹਿਬ। ਵਰਤਮਾਨ ਲਗਾਤਾਰ ਵਾਲੇ ਨੂੰ 2 ਸੀਟਾਂ ਤੋਂ ਲੜਾਇਆ ਜਾ ਰਿਹਾ, ਇਹਨੂੰ ਕਿੱਦਾਂ ਦੇਖਦੇ? ਤਾਂ ਰੱਬ ਰੱਖਾ। ਜਾਲੀਆਂ ਵਾਲਾ ਇੱਕ ਤੋਂ ਨਹੀਂ ਲੜ ਰਿਹਾ। ਭਗਵੰਤ ਮਾਨ ਜਿਹੜੇ ਯਾਰ ਵੇਖ ਲਓ ਕਾਂਗਰਸ ਦੀ ਵੈਸੇ ਸੋਚ, 2 ਸੀਟਾਂ ਵਾਲਾ ਜਿਹਨੂੰ 2 ਵੋਟਾਂ ਪਈਆਂ 2 ਸੀਟਾਂ ਤੋਂ ਲੜ ਰਿਹਾ, ਜਿਹਨੂੰ 42 ਵੋਟਾਂ ਪਈਆਂ ਉਹਨੂੰ 1 ਸੀਟ ਨਹੀਂ ਲੱਭੀ, ਤੇ ਜਿਨ੍ਹਾਂ ਨੂੰ 16 ਵੋਟਾਂ ਪਈਆਂ ਉਹਨਾਂ ਨੂੰ ਪਾਰਟੀ ਚੋਂ ਕੱਢਤਾ।
ਰਾਤੀ ਜਿਹਨੂੰ 6 ਪਈ ਆ ਉਹ ਭੱਜਣ ਨੂੰ ਫਿਰਦਾ ਇਮਰਾਨ ਖਾਨ ਕੋਲ। ਇਸ ਲਈ ਰੱਬ ਰਾਖਾ ਕਾਂਗਰਸ। ਮਾਨ ਲਗਾਤਾਰ ਰੈਲੀਆਂ ਕਰਕੇ ਕਹਿ ਰਹੇ ਨੇ ਕਿ ਸਰਕਾਰ ਨੂੰ ਕੁਝ ਹੀ ਸਮਾਂ ਰਹਿ ਗਿਆ, ਛੇਤੀ ਸਰਕਾਰ ਆ ਰਹੀ ਆਮ ਆਦਮੀ ਪਾਰਟੀ ਦੀ। ਚੰਗੀ ਗੱਲ ਹੈ ਜੀ। ਭਗਵੰਤ ਮਾਨ ਵੋਟਰ ਸਾਰਾ ਸਾਡਾ ਜੀ ਨਹੀਂ ਆ ਪਤਾ ਨਹੀਂ ਉਹਨਾਂ ਕੋਲ ਇਹ ਜਿਹਾ ਕਿਹੜਾ ਜੰਤਰ ਹੈ, ਕਿਉਂਕਿ 17 ਚ ਵੀ ਕਹਿੰਦੇ ਸੀ 100 ਸੀਟਾਂ ਆ ਰਹੀਆਂ, 20 ਆਈਆਂ, ਐਤਕੀ 50 ਕਹਿ ਰਹੇ, ਮੈਨੂੰ ਲੱਗਦਾ 10 ਆ ਜਾਣ, ਬੜੀਆਂ ਪ੍ਰਾਪਤੀਆਂ 10 ਚ ਆ ਵੀ ਗਈਆਂ, 9 ਨੇ ਭੱਜ ਜਾਣਾ ਉਹਨਾਂ ਦੇ। ਜਿੰਨੇ ਨੌਜਵਾਨ ਸ਼ਾਮਲ ਹੋਏ ਨੇ ਕਿਤੇ ਨਾ ਕਿਤੇ ਨਵਜੋਤ ਸਿੱਧੂ ਦੇ ਕਾਫੀ ਕਰੀਬੀ ਸੀਗੇ ਇਹ, ਤੇ ਫੋਟੋਆਂ ਵੀ ਕਾਫੀ ਕਰਾਉਂਦੇ ਰਹੇ ਨੇ। ਕੀ ਲੱਗਦਾ ਹੈ ਕਿ ਇੰਨੀ ਭਾਰੀ ਮਾਤਰਾ ਦੇ ਵਿੱਚ ਨੌਜਵਾਨਾਂ ਦਾ ਵੀ ਸਾਥ ਮਿਲ ਗਿਆ? ਇਹਨਾਂ ਦਾ ਕੋਟਨ ਕੋਟ ਨੌਜਵਾਨਾਂ ਦਾ ਧੰਨਵਾਦ ਹੈ। ਰੋਜ਼ ਜੁਆਇਨਿੰਗ ਇੰਨੀ ਹੋ ਰਹੀ ਹੈ, ਕੋਈ ਹਿਸਾਬ ਨਹੀਂ। ਅਸੀਂ ਵੀ ਆ ਰਹੇ ਨੇ, ਆ ਜਾਣੇ, ਜਿਹੜਾ ਆ ਜਾਣਾ ਤੁਹਾਡੇ ਸਾਹਮਣੇ ਲੈ ਆਉਣਾ, ਤੁਹਾਡੇ ਤੋਂ ਲੁਕੋ ਕੇ ਕਿਸੇ ਨੂੰ ਨਹੀਂ ਰੱਖਣਾ। ਇਹ ਹਾਲਾਤ ਇਹ ਵੀ ਬਣ ਸਕਦੇ ਆ ਕਿ ਬੀਬੀ ਸਿੱਧੂ ਵੀ ਅਖੀਰਲੇ ਦਿਨ ਸ਼ਾਮਿਲ ਹੋ ਸਕਦੀ ਹੈ। ਮਤਲਬ ਬਾਹਰ ਚੱਕ ਲੋ ਹੋਈ ਖੜੀ ਆ। ਗੁਰੂ ਕਿਰਪਾ ਕਰੇ। ਮੈਂ ਤਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜੋ ਮਾਨ ਸਤਿਕਾਰ ਇਹਨਾਂ ਨੇ ਸਾਨੂੰ ਬਖਸ਼ਿਆ। ਤੁਸੀਂ ਕਿਤੇ ਮੇਰੇ ਘਰ ਆ ਕੇ ਵੇਖੋ ਤੇ ਪੈਰ ਰੱਖਣ ਨੂੰ ਥਾਂ ਨਹੀਂ ਮਿਲ ਰਹੀ। ਔਰ ਮੇਰੇ ਤੋਂ ਸ਼ਾਇਦ ਇਹ ਮੇਰੇ ਰੱਬ ਅੱਗੇ ਇਹੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਮੈਂ ਇਹਨਾਂ ਭਰਾਵਾਂ ਦੇ, ਆਪਣੀਆਂ ਮਾਵਾਂ ਦੇ, ਭੈਣਾਂ ਦੇ, ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਇਹਨਾਂ ਨਾਲ ਅਖੀਰ ਤੱਕ ਤੋਰ ਤੱਕ ਨਿਭ ਜਾ, ਕਿਉਂਕਿ ਮੈਂ ਵੀ ਆਪਦੀ ਸਾਰਾ ਕੁਝ ਇਹਨਾਂ ਨੂੰ ਸਮਰਪਿਤ ਕਰਤਾ। ਔਰ ਮੈਂ ਇੱਕ ਗੱਲ ਜ਼ਰੂਰ ਬੇਨਤੀ ਕਰੂੰਗਾ, ਜਿਹੜੀ ਗੱਲ ਮੈਂ ਕੱਲ ਨਹੀਂ ਕਹਿ ਸਕਿਆ ਕਿਉਂਕਿ ਕੱਲ ਸਮਾਂ ਹੀ ਇਹ ਜਿਹਾ ਬਣ ਗਿਆ ਸੀ। ਮੈਂ ਮਜੀਠੇ ਦੇ ਆਪਣੇ ਨਿਵਾਸੀਆਂ ਨੂੰ ਇਸ ਗੱਲ ਦਾ ਹੱਥ ਜੋੜ ਕੇ ਮਾਫੀ ਮੰਗਦਾ ਕਿ ਤੁਹਾਡੀ ਸੇਵਾ ਕਰਦਿਆਂ, ਤੁਹਾਡੇ ਨਾਲ ਨਿਭਦਿਆਂ, ਜੇ ਮੇਰੇ ਕੋਲੋਂ ਜ਼ਿੰਦਗੀ 'ਚ ਕੋਈ ਗਲਤੀ ਹੋ ਗਈ ਹੋਵੇ ਤੇ ਮੈਨੂੰ ਜ਼ਰੂਰ ਮਾਫ ਕਰਿਓ। ਔਰ ਇਹ ਵੀ ਵਿਸ਼ਵਾਸ ਦਿਵਾਉਣਾ, ਅੱਜ ਆਪਦੇ ਧਰਮ ਪਤਨੀ ਨੂੰ ਉੱਥੇ ਲੜਾ ਕੇ ਇਸ ਹਲਕੇ ਤੋਂ ਆਪ ਉਮੀਦਵਾਰ ਬਣ ਕੇ ਦੋਵੇਂ ਹਲਕੇ ਨੂੰ ਆਪਣੇ ਪਰਿਵਾਰ ਵਾਂਗੂ, ਪਰਿਵਾਰ ਦਾ ਦਰਜਾ ਦੇ ਕੇ, ਸਤਿਕਾਰ ਦੇ ਕੇ ਸੇਵਾ ਨਿਭਾਵਾਂਗੇ। ਮਗਰ ਜੇ ਅਣਜਾਣੇ 'ਚ ਕੋਈ ਭੁੱਲ ਹੋਈ ਹੋਵੇ ਤੇ ਮੈਨੂੰ ਜ਼ਰੂਰ ਮਾਫ ਕਰਿਓ, ਕਿਉਂਕਿ ਇਹਨਾਂ ਲੋਕਾਂ ਨੇ ਮੇਰੀ ਇੰਨੀ ਕੁ ਬਾਹ ਫੜੀ ਹੈ ਨਾ, ਇੰਨਾ ਕੁ ਪਿਆਰ ਦਿੱਤਾ, ਇੰਨਾ ਕੁ ਸਤਿਕਾਰ ਦਿੱਤਾ ਕਿ ਮੈਂ ਕਦੇ ਲਫ਼ਜ਼ਾਂ ਨਾਲ ਉਹਨਾਂ ਦਾ ਕੀ ਨੱਕ ਗੋਡੇ ਰਗੜ ਕੇ ਵੀ ਉਹਨਾਂ ਦਾ ਧੰਨਵਾਦ ਨਹੀਂ ਕਰ ਸਕਦਾ। ਇਸ ਲਈ ਗੁਰੂ ਕਿਰਪਾ ਕਰੇ, ਮੈਨੂੰ ਸਬੱਤ ਬਖਸ਼ੇ। ਸਿੱਧੂ ਨੇ ਕਹਿਣਾ ਸ਼ੁਰੂ ਕਰਤਾ ਹੁਣ ਸਟੇਜਾਂ ਤੋਂ ਕਿ ਸਾਡੇ ਤੇ ਇਲਜ਼ਾਮ ਲੱਗਦਾ ਹੈ ਕਿ ਅਸੀਂ ਮਿਲਦੇ ਨਹੀਂ ਲੋਕਾਂ ਨੂੰ, ਸਾਡੇ ਕੋਲ ਜ਼ਿੰਮੇਵਾਰੀਆਂ ਵੱਡੀਆਂ ਸੀ। ਸਿੱਧੂ ਸਾਹਿਬ ਨੇ ਪੂਰੇ ਪੰਜਾਬ ਤੇ ਜਾਣਾ ਹੁੰਦਾ ਸੀ, ਪਾਲਿਸੀ ਬਣਾਉਣੀ। ਕੋਈ ਨਾ ਐਡੀ ਲੋਕ ਇਹ ਜੀ ਕਿਰਪਾ ਕਰਨਗੇ ਉਹਨਾਂ ਤੇ, ਇਹ ਜੀ ਜ਼ਿੰਮੇਵਾਰੀ ਤੋਂ ਫਾਰਗ ਕਰ ਦੇਣਗੇ ਕਿ ਤੁਸੀਂ ਜਿੱਧਰ ਮਰਜ਼ੀ ਮਿਲੋ, ਜਿਹਨੂੰ ਮਰਜ਼ੀ ਨਾ ਮਿਲੋ, ਕੰਮ ਹੀ ਕੰਮ ਵੇਲਾ ਕਰ ਦੇਣਾ। ਫਿਰ ਇੱਥੋਂ ਭਾਵੇਂ ਹੁਣ ਦਿੱਲੀ ਤਾਂ ਦੂਰ ਪੈ ਜਾਣੀ ਆ, ਇਮਰਾਨ ਖਾਨ ਭਾਈ ਸਾਹਿਬ ਕੋਲ, ਜਨਰਲ ਬਾਜਵਾ ਜੀ ਕੋਲ, ਕੋਈ ਨਾ ਇਹ ਜਿਹਾ ਕੋਲ ਤਾਂ ਰਾਹ ਲੱਭ ਜਾਣਾ ਬਾਰਡਰ ਟੱਪਣ ਦਾ, ਕੋਈ ਲੱਭ ਜਾਂਦਾ। ਜਿਵੇਂ ਡਰੋਨ ਆ ਸਕਦਾ ਤੇ ਇਹ ਨਹੀਂ ਟੱਪ ਸਕਦੇ, ਇਹਦਾ ਡਰੋਨ ਤੋਂ ਵੀ ਗਾਂ ਦੀ ਟੈਕਨੋਲੋਜੀ ਆ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।